Philfo Creativity for Your Ideas with Google Workspace 29 by Harminder Singh with R&D team of proposed EK Gurmukhi World R&D University. Philfo Creativity for Your Ideas with Google Workspace 29. Well, it is YouTube Research Video Part 29 with thanks to Notebook LM, where these sources introduce the Happy Peace Day Project, a research-based play and educational framework designed to foster global harmony and creative thinking in children. Central to this work is the hypothesis of Philselfology, a multidisciplinary system that integrates natural philosophy, scouting, and ancient wisdom to address modern societal issues. The texts propose a new Happy Earth Day model, which uses scientific and astrological concepts to analyze the planet's geographical and energetic balance. This model specifically warns of a potential 2025 polar vortex collapse, suggesting that environmental shifts may necessitate a massive human migration to the southern hemisphere. Furthermore, the author connects these theories to international patent systems and universal anthems to promote a unified, sustainable future for humanity. Through these diverse lenses, the collection advocates for a global family structure rooted in spiritual and scientific synergy. Thanks. ਕੀ ਕੋਈ ਇੱਕ ਫਲਸਫਾ ਸੱਚਮੁੱਚ ਦੁਨੀਆ ਨੂੰ ਬਚਾ ਸਕਦਾ ਹੈ? ਇਹ ਸੁਣਨ ਨੂੰ ਬਹੁਤ ਵੱਡੀ ਗੱਲ ਲੱਗਦੀ ਹੈ ਨਾ? ਅੱਜ ਅਸੀਂ ਫਿਲਸਫੋਲੋਜੀ ਨਾਂ ਦੇ ਇੱਕ ਅਜਿਹੇ ਹੀ ਸਿਧਾਂਤ ਦੀ ਗੱਲ ਕਰਾਂਗੇ ਜਿਸ ਦਾ ਦਾਅਵਾ ਹੈ ਕਿ ਇਸ ਕੋਲ ਮਨੁੱਖਤਾ ਦੇ ਭਵਿੱਖ ਦੀ ਕੁੰਜੀ ਹੈ। ਚਲੋ ਦੇਖਦੇ ਹਾਂ ਕਿ ਇਸ ਵਿਚਾਰ ਵਿੱਚ ਕਿੰਨਾ ਕੁ ਦਮ ਹੈ। ਫਿਲਾਸਫੋਲੋਜੀ ਦੀ ਜੜ 'ਚ ਇੱਕ ਬਹੁਤ ਵੱਡਾ ਦਾਅਵਾ ਹੈ ਕਿ ਇਹ ਵਿਗਿਆਨ ਅਤੇ ਧਰਮ ਵਿਚਕਾਰ ਇੱਕ ਪੁਲ ਬਣਾ ਸਕਦਾ ਹੈ। ਹੁਣ ਦੇਖੋ, ਇਹ ਦੋਵੇਂ ਅਜਿਹੇ ਖੇਤਰ ਨੇ ਜੋ ਸਦੀਆਂ ਤੋਂ ਇੱਕ ਦੂਜੇ ਤੋਂ ਵੱਖਰੇ ਮੰਨੇ ਜਾਂਦੇ ਰਹੇ ਨੇ। ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਕ੍ਰਾਂਤੀਕਾਰੀ ਵਿਚਾਰ ਆਇਆ ਕਿੱਥੋਂ? ਦੇਖੋ, ਇਹ ਕੋਈ ਰਾਤੋਂ ਰਾਤ ਆਇਆ ਵਿਚਾਰ ਨਹੀਂ ਸੀ। ਫਿਲਸਫੋਲੋਜੀ ਦੀ ਕਹਾਣੀ ਇੱਕ ਲੰਬੇ ਸਫ਼ਰ ਦੀ ਕਹਾਣੀ ਹੈ, ਪੂਰੇ 50 ਸਾਲਾਂ ਦੀ। ਇਸ ਸਫ਼ਰ ਵਿੱਚ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਅਤੇ ਅਕਾਦਮਿਕ ਖੋਜ ਦੋਵਾਂ ਨੇ ਮਿਲ ਕੇ ਇਸ ਨੂੰ ਇੱਕ ਸ਼ਕਲ ਦਿੱਤੀ। ਤਾਂ ਗੱਲ ਸ਼ੁਰੂ ਹੁੰਦੀ ਹੈ 70 ਦੇ ਦਹਾਕੇ ਦੀ ਇੱਕ ਸਕੂਲੀ ਹੜਤਾਲ ਤੋਂ। ਇਸ ਘਟਨਾ ਨੇ ਇੱਕ ਸਵਾਲ ਖੜਾ ਕੀਤਾ ਕਿ ਫਲਸਫਾ ਸਿਰਫ ਕਿਤਾਬਾਂ ਵਿੱਚ ਪੜ੍ਹਨ ਲਈ ਹੈ ਜਾਂ ਇਹ ਸਾਡੀਆਂ ਅਸਲ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦਾ ਹੈ? ਇਹ ਸਵਾਲ 80 ਦੇ ਦਹਾਕੇ ਵਿੱਚ ਊਰਜਾ ਸੰਕਟ ਵੱਲ ਧਿਆਨ ਲੈ ਕੇ ਗਿਆ ਅਤੇ ਫਿਰ 1990-91 ਵਿੱਚ ਇਹ ਇੱਕ ਰਸਮੀ ਅਕਾਦਮਿਕ ਪ੍ਰਸਤਾਵ ਬਣ ਕੇ ਯੂਨੀਵਰਸਿਟੀ ਤੱਕ ਪਹੁੰਚਿਆ। ਤਾਂ 1990-91 ਵਿੱਚ ਇਹ ਵਿਚਾਰ ਸਿਰਫ ਇੱਕ ਨਿੱਜੀ ਸੋਚ ਬਣ ਕੇ ਨਹੀਂ ਰਿਹਾ। ਐਡੀਲੇਡ ਯੂਨੀਵਰਸਿਟੀ ਵਿੱਚ ਇਸ ਨੂੰ 3 ਵੱਡੇ ਪ੍ਰੋਫੈਸਰਾਂ ਦੇ ਸਾਹਮਣੇ ਇੱਕ ਗੰਭੀਰ ਅਕਾਦਮਿਕ ਵਿਸ਼ੇ ਵਜੋਂ ਪੇਸ਼ ਕੀਤਾ ਗਿਆ। ਸਮਝ ਲਓ, ਇਹੀ ਉਹ ਪਲ ਸੀ ਜਦੋਂ ਫਿਲਸਫੋਲੋਜੀ ਨੇ ਇੱਕ ਸਿਧਾਂਤਿਕ ਖੇਤਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਇਸ ਪੂਰੇ ਫਲਸਫੇ ਦੇ ਕੇਂਦਰ ਵਿੱਚ ਇੱਕ ਫਾਰਮੂਲਾ ਹੈ, A=O+AR। ਹੁਣ ਇਹ ਥੋੜਾ ਗੁੰਝਲਦਾਰ ਲੱਗ ਸਕਦਾ ਹੈ, ਪਰ ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝੀਏ। ਇਹ ਫਾਰਮੂਲਾ 3 ਵੱਖ-ਵੱਖ ਵਿਚਾਰਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾ, ਇਹ ਕਿ ਸਾਡਾ ਭਵਿੱਖ ਪਹਿਲਾਂ ਤੋਂ ਹੀ ਤੈਅ ਹੈ। ਦੂਜਾ, ਇਹ ਕਿ ਸਾਡੇ ਕੋਲ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੀ ਆਜ਼ਾਦੀ ਹੈ। ਅਤੇ ਤੀਜਾ, ਇਹ ਕਿ ਇਹ ਦੋਵੇਂ ਗੱਲਾਂ ਇੱਕੋ ਸਮੇਂ ਤੇ ਸੱਚ ਹੋ ਸਕਦੀਆਂ ਨੇ, ਯਾਨੀ ਕਿ ਫਲਸਫੇ ਦੀ ਇੱਕ ਬਹੁਤ ਵੱਡੀ ਪੁਜਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼। ਪਰ ਦੇਖੋ, ਇੱਕ ਵੱਡਾ ਆਈਡੀਆ ਹੋਣਾ ਹੀ ਸਭ ਕੁਝ ਨਹੀਂ ਹੁੰਦਾ। ਉਸ ਨੂੰ ਸਥਾਪਿਤ ਕਰਨ ਲਈ ਇੱਕ ਸਹੀ ਢਾਂਚੇ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਲਈ ਇੱਕ ਬਹੁਤ ਵੱਡੀ ਯੋਜਨਾ ਬਣਾਈ ਗਈ, ਇੱਕ ਪੂਰੀ 30 ਸਾਲਾਂ ਦੀ ਖੋਜ ਯੋਜਨਾ। ਇਹ ਪ੍ਰੋਜੈਕਟ ਕਿੰਨਾ ਵੱਡਾ ਸੀ, ਇਸ ਦਾ ਅੰਦਾਜ਼ਾ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੇ ਮੁਖੀ ਪ੍ਰੋਫੈਸਰ ਗਿਲ ਦੇ ਸ਼ਬਦਾਂ ਤੋਂ ਹੀ ਲਗਾਇਆ ਜਾ ਸਕਦਾ ਹੈ। ਉਹਨਾਂ ਨੇ ਸਾਫ਼ ਕਿਹਾ ਸੀ ਕਿ ਇਸ ਵੱਡੇ ਦਾਅਵੇ ਨੂੰ ਸਾਬਿਤ ਕਰਨ ਲਈ ਘੱਟੋ-ਘੱਟ 15 ਕਿਤਾਬਾਂ ਅਤੇ ਲਗਭਗ 30 ਸਾਲਾਂ ਦੀ ਲਗਾਤਾਰ ਖੋਜ ਦੀ ਲੋੜ ਪਵੇਗੀ। ਇਹ ਕੋਈ ਛੋਟਾ-ਮੋਟਾ ਕੰਮ ਬਿਲਕੁਲ ਨਹੀਂ ਸੀ ਅਤੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਗਿਆ। ਇੱਕ ਪੂਰਾ 30 ਸਾਲਾ ਪਲਾਨ ਬਣਾਇਆ ਗਿਆ ਜਿਸ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ, ਬੁਨਿਆਦੀ ਕਿਤਾਬਾਂ ਲਿਖਣਾ, ਫਿਰ ਨਿੱਜੀ ਤੌਰ ਤੇ ਖੋਜ ਕਰਨਾ, ਉਸ ਤੋਂ ਬਾਅਦ ਇੱਕ ਟੀਮ ਨਾਲ ਮਿਲ ਕੇ ਕੰਮ ਕਰਨਾ ਅਤੇ ਅਖੀਰ ਵਿੱਚ ਇਸ ਸਾਰੇ ਗਿਆਨ ਨੂੰ ਇਕੱਠਾ ਕਰਕੇ ਇੱਕ ਥਾਂ ਤੇ ਲਿਆਉਣਾ। ਇਹ ਇੱਕ ਪੂਰੀ ਪੀੜ੍ਹੀ ਤੱਕ ਚੱਲਣ ਵਾਲਾ ਬਹੁਤ ਹੀ ਵਿਵਸਥਿਤ ਪ੍ਰੋਜੈਕਟ ਸੀ। ਪਰ ਇੱਥੇ ਆ ਕੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ। ਦਹਾਕਿਆਂ ਦੀ ਮਿਹਨਤ, 15 ਕਿਤਾਬਾਂ, ਇੱਕ ਗੁੰਝਲਦਾਰ ਫਾਰਮੂਲਾ, ਆਖਰ ਇਹ ਸਭ ਕੁਝ ਕਿਸ ਲਈ ਸੀ? ਇਸ ਦਾ ਜਵਾਬ ਸਿਰਫ ਅਕਾਦਮਿਕ ਨਹੀਂ ਹੈ, ਬਲਕਿ ਇਹ ਹੈਰਾਨ ਕਰਨ ਵਾਲਾ ਅਤੇ ਥੋੜਾ ਬਹੁਤ ਡਰਾਉਣਾ ਵੀ ਹੈ। ਇਸ ਸਾਰੇ ਕੰਮ ਦੇ ਪਿੱਛੇ ਹੈ ਇੱਕ ਭਵਿੱਖਬਾਣੀ, ਆਉਣ ਵਾਲੇ ਇੱਕ ਬਹੁਤ ਵੱਡੇ ਵਿਸ਼ਵਵਿਆਪੀ ਸੰਕਟ ਦੀ ਭਵਿੱਖਬਾਣੀ, ਜਿਸ ਦੀ ਸ਼ੁਰੂਆਤ ਬਹੁਤ ਜਲਦੀ ਹੋਣ ਦੀ ਗੱਲ ਕਹੀ ਗਈ ਹੈ। ਇਸ ਪੂਰੀ ਕਹਾਣੀ ਦੇ ਕੇਂਦਰ ਵਿੱਚ ਹੈ ਸਾਲ 2025,
ਇਸ ਨੂੰ ਇੱਕ ਅਜਿਹੇ ਮੋੜ ਵਜੋਂ ਦੇਖਿਆ ਜਾਂਦਾ ਹੈ ਜਿੱਥੋਂ ਮਨੁੱਖਤਾ ਲਈ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਵੇਗਾ। ਅਤੇ ਇਹ ਕੋਈ ਮਾਮੂਲੀ ਚੁਣੌਤੀਆਂ ਨਹੀਂ ਹਨ। ਇਸ ਭਵਿੱਖਬਾਣੀ ਮੁਤਾਬਿਕ ਅਸੀਂ ਗੱਲ ਕਰ ਰਹੇ ਹਾਂ ਧਰੁਵੀ ਵਾਤਾਵਰਣ ਦੇ ਪੂਰੀ ਤਰ੍ਹਾਂ ਢਹਿ ਜਾਣ ਦੀ, ਇੱਕ ਨਵੇਂ ਛੋਟੇ ਬਰਫ਼ ਯੁੱਗ ਦੀ, ਧਰਤੀ ਤੋਂ ਲੱਖਾਂ ਜੀਵ-ਜੰਤੂਆਂ ਦੇ ਹਮੇਸ਼ਾ ਲਈ ਖਤਮ ਹੋ ਜਾਣ ਦੇ, ਅਤੇ ਇੱਥੋਂ ਤੱਕ ਕਿ ਤੀਜੇ ਵਿਸ਼ਵ ਯੁੱਧ ਦੇ ਖਤਰੇ ਦੀ ਵੀ। ਇਹ ਦਾਅਵੇ ਬਹੁਤ ਹੀ ਗੰਭੀਰ ਹਨ। ਇਸ ਭਵਿੱਖਬਾਣੀ ਦਾ ਇੱਕ ਭੂਗੋਲਿਕ ਪੱਖ ਵੀ ਹੈ। ਇਸ ਦੇ ਮੁਤਾਬਿਕ ਇਹ ਸੰਕਟ ਉੱਤਰੀ ਗੋਲਿਸਫਾਇਰ ਯਾਨੀ ਕਿ ਧਰਤੀ ਦੇ ਉੱਪਰਲੇ ਹਿੱਸੇ ਵਿੱਚ ਸ਼ੁਰੂ ਹੋਵੇਗਾ, ਜਿਸ ਕਰਕੇ ਉੱਥੋਂ ਦੇ ਲੋਕ ਬਚਾਅ ਲਈ ਦੱਖਣੀ ਗੋਲਿਸਫਾਇਰ ਵੱਲ ਜਾਣ ਲਈ ਮਜਬੂਰ ਹੋਣਗੇ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਹ ਦਾਅਵੇ ਸਿਰਫ ਵਾਤਾਵਰਣ ਦੇ ਮਾਡਲਾਂ ਤੇ ਹੀ ਨਹੀਂ ਟਿਕੇ ਹੋਏ। ਇਸ ਦੇ ਲਈ ਰਿਵਾਇਤੀ ਖਗੋਲ ਵਿਗਿਆਨ ਅਤੇ ਜੋਤਿਸ਼ ਦਾ ਵੀ ਹਵਾਲਾ ਦਿੱਤਾ ਜਾਂਦਾ ਹੈ, ਜਿਵੇਂ ਕਿ ਪਲੂਟੋ ਗ੍ਰਹਿ ਅਤੇ ਅਭਿਜੀਤ ਨਛੱਤਰ ਦੀ ਸਥਿਤੀ ਨੂੰ 2025 ਤੋਂ 2043 ਤੱਕ ਦੇ ਸੰਕਟਮਈ ਦੌਰ ਦੇ ਸੰਕੇਤਕ ਵਜੋਂ ਦੱਸਿਆ ਗਿਆ ਹੈ। ਤਾਂ ਹੁਣ ਤਸਵੀਰ ਸਾਫ਼ ਹੋ ਰਹੀ ਹੈ। ਇੱਕ ਪਾਸੇ ਹੈ ਇੱਕ ਵਿਸ਼ਵਵਿਆਪੀ ਸੰਕਟ ਦੀ ਭੁਵਿੱਖਬਾਣੀ ਅਤੇ ਦੂਜੇ ਪਾਸੇ ਹੈ ਇੱਕ ਫਲਸਫਾ ਜੋ ਇਸ ਸੰਕਟ ਦੇ ਹੱਲ ਵਜੋਂ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਤਾਂ ਫਿਰ ਹੱਲ ਕੀ ਹੈ? ਫਿਲਾਸਫੀ ਕੁਝ ਠੋਸ ਵਿਚਾਰ ਸਾਹਮਣੇ ਰੱਖਦੀ ਹੈ, ਜਿਵੇਂ ਕਿ ਹੈਪੀ ਅਰਥ ਮਾਡਲ, ਜੋ ਕੁਦਰਤ ਨਾਲ ਸੰਤੁਲਨ ਬਣਾਉਣ ਦਾ ਇੱਕ ਨਵਾਂ ਤਰੀਕਾ ਹੋ ਸਕਦਾ ਹੈ। ਫਿਰ ਨਿਊਟ੍ਰੀਨੋ ਸਿਟੀਜ਼ ਦਾ ਵਿਚਾਰ ਹੈ, ਜੋ ਰਹਿਣ ਲਈ ਸੁਰੱਖਿਅਤ ਸ਼ਹਿਰਾਂ ਦਾ ਮਾਡਲ ਹੋ ਸਕਦਾ ਹੈ, ਅਤੇ ਇਹ ਸਭ 50 ਸਾਲਾਂ ਦੀ ਲੰਬੀ ਖੋਜ ਤੇ ਆਧਾਰਿਤ ਹੈ, ਖਾਸ ਕਰਕੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ। ਇਹ ਸਿਰਫ ਖਿਆਲੀ ਗੱਲਾਂ ਨਹੀਂ, ਸਗੋਂ ਬਚਾਅ ਲਈ ਤਿਆਰ ਕੀਤੇ ਗਏ ਢਾਂਚੇ ਹਨ। ਤਾਂ ਅਖੀਰ ਵਿੱਚ ਫਿਲਸਫੋਲੋਜੀ ਅਸਲ ਵਿੱਚ ਹੈ ਕੀ ਇਹ ਮਨੁੱਖਤਾ ਦੇ ਭਵਿੱਖ ਲਈ ਇੱਕ ਗੰਭੀਰ ਅਤੇ ਵਿਸਤ੍ਰਿਤ ਰੋਡਮੈਪ ਹੈ, ਜਿਸ ਨੂੰ ਦਹਾਕਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਜਾਂ ਫਿਰ ਇਹ ਵਿਗਿਆਨ, ਫਲਸਫੇ ਅਤੇ ਭਵਿੱਖਬਾਣੀ ਦਾ ਇੱਕ ਗੁੰਝਲਦਾਰ ਮਿਸ਼ਰਣ ਹੈ? ਸ਼ਾਇਦ ਇਸ ਦਾ ਅਸਲ ਮਹੱਤਵ ਜਵਾਬਾਂ ਵਿੱਚ ਨਹੀਂ, ਬਲਕਿ ਉਹਨਾਂ ਸਵਾਲਾਂ ਵਿੱਚ ਹੈ ਜੋ ਇਹ ਸਾਨੂੰ ਸਾਡੇ ਆਪਣੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। Philfo Creativity for your ideas with Google Workspace 7. Thanks for your precious time.